ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 358 ਤੋਂ ਲੈ ਕੇ 359 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਹੀ ਚੱਲ ਰਹੀ ਆ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਸਾ ਘਰ ਤੀਜਾ ਮਹੱਲਾ ਪਹਿਲਾ। ਲੱਖ ਲਸਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰੈ ਸਲਾਮ। ਲੱਖਾਂ ਉੱਪਰ ਫੁਰਮਾਇਸ ਤੇਰੀ, ਲੱਖ ਉੱਠ ਰਾਖੈ ਮਾਨ। ਜਾਂ ਪਤ ਲੇਖੈ ਨਾ ਪਵੈ, ਤਾਂ ਸਭ ਨਿਰਾਫਲ ਕਾਮ। ਹਰ ਕੇ ਨਾਮ ਬਿਨਾ ਜਗ ਤੰਦਾ, ਜੇ ਬਹੁਤਾ ਸਮਝਾਈਐ ਪੋਲਾ, ਪੀਸੋ ਅੰਧੋ ਅੰਧਾ ਰਹਾਓ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਵੀ ਜੇ ਕਿਸੇ ਕੋਲ ਲੱਖਾਂ ਹੀ ਗਿਣਤੀ ਦੇ ਵਿੱਚ ਫੌਜਾਂ ਹੋਣ, ਲੱਖਾਂ ਹੀ ਉਹ 'ਚ ਵਾਜੇ ਵਜਾਉਣ ਵਾਲੇ ਹੋਣ, ਲੱਖਾਂ ਹੀ ਨੇਜਾ ਬਰਦਾਰ ਹੋਣ ਅਤੇ ਲੱਖਾਂ ਹੀ ਉਸ ਰਾਜੇ ਨੂੰ ਸਲਾਮ ਕਰਨ ਵਾਲੇ ਹੋਣ ਅਤੇ ਲੱਖਾਂ ਉੱਪਰ ਉਹਦਾ ਹੁਕਮ ਚੱਲੇ, ਲੱਖਾਂ ਹੀ ਉਹਦੀ ਇੱਜ਼ਤ ਕਰਨ, ਹੈ ਨਾ। ਅਤੇ ਪਰ ਕਹਿੰਦੇ ਵੀ ਜੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਨਹੀਂ ਕਬੂਲ ਪੈਂਦਾ, ਤਾਂ ਇਹ ਸਾਰਾ ਕੁਛ ਉਹਦਾ ਵਿਅਰਥ ਗਿਆ। ਜਿੰਨਾ ਕੁਛ ਵੀ ਮਤਲਬ ਉਹਨੇ ਇਕੱਠਾ ਕੀਤਾ, ਉਹਨੇ ਸੋਚਿਆ ਵੀ ਮੈਂ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਬੰਦਾ ਬਣਿਆ, ਤਾਂ ਇਹ ਸਭ ਕੁਛ ਉਹਦਾ ਮਤਲਬ ਵਿਅਰਥ ਗਿਆ ਜੇ ਉਹਦੀ ਪੱਤ ਪਰਮਾਤਮਾ ਦੀ ਦਰਗਾਹ ਵਿੱਚ ਨਹੀਂ ਹੁੰਦੀ, ਪੱਤ ਪੂਰੀ ਨਹੀਂ ਪੈਂਦੀ, ਵੀ ਇੱਜ਼ਤ ਨਾਲ ਪਰਮਾਤਮਾ ਦੀ ਦਰਗਾਹ 'ਚ ਨਹੀਂ ਜਾਂਦਾ। ਉਹ ਤਾਂ ਉਹੀ ਜਾਏਗਾ ਜਿਹਨੇ ਨਾਮ ਦੀ ਕਮਾਈ ਇਕੱਠੀ ਕੀਤੀ ਆ। ਫਿਰ ਕਹਿੰਦੇ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੱਗ ਵਿੱਚ ਜਿੰਨਾ ਵੀ ਉਹਦਾ ਇਹ ਸਾਰਾ ਕਾਰੋਬਾਰ ਸੀਗਾ, ਇਹ ਸਭ ਵਿਅਰਥ ਆ ਉਹਦੇ ਨਾਂ ਤੋਂ ਬਿਨਾਂ। ਕਹਿੰਦੇ ਪਰ ਵੀ ਕਈ ਦਫਾ ਇਸ ਤਰ੍ਹਾਂ ਹੁੰਦਾ ਵੀ ਜੇ ਕੋਈ ਜੀਵ ਗਲਤ ਪਾਸੇ ਪਿਆ ਹੋਇਆ, ਉਹਦਾ ਨਾਂ ਨਹੀਂ ਲੈਂਦਾ ਜਾਂ ਕੋਈ ਹੋਰ ਮਾੜੇ ਕੰਮ ਕਰਦਾ, ਕਹਿੰਦੇ ਉਹਨੂੰ ਜੇ ਸਮਝਾਈਏ ਵੀ ਉਹ ਸਮਝਦਾ ਨਹੀਂ ਗਾ, ਕਿਉਂਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਉਹ ਕੁਰਾਹੇ ਪਿਆ ਹੋਇਆ। ਵਾਹਿਗੁਰੂ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਲੱਖ ਖੱਟੀਐ ਲੱਖ ਸੰਜੀਏ, ਖਾਜੈ ਲੱਖ ਆਵੈ ਲੱਖ ਜਾਹੇ। ਜਾਂ ਪਤ ਲੇਖੈ ਨਾ ਪਵੈ, ਤਾਂ ਜੀ ਕਿਥੈ ਫਿਰ ਪਾਹੇ। ਕਹਿੰਦੇ ਵੀ ਇਸ ਤਰ੍ਹਾਂ ਹੀ ਵੀ ਜੇ ਕੋਈ ਲੱਖਾਂ ਹੀ ਦੀ ਜਾਇਦਾਦ ਬਣਾ ਲਏ, ਲੱਖਾਂ ਰੁਪਏ ਕਹਿੰਦੇ ਇਕੱਠੇ ਕਰ ਲਵੇ, ਲੱਖਾਂ ਹੀ ਖਰਚੇ, ਲੱਖਾਂ ਹੀ ਉਹਦੇ ਕੋਲ ਆਉਣ, ਲੱਖਾਂ ਹੀ ਜਾਣ, ਅਤੇ ਪਰ ਜੇ ਕਹਿੰਦੇ ਵੀ ਉਹ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਨਹੀਂ ਪੈਂਦਾ, ਵੀ ਫਿਰ ਉਹਦਾ ਕਹਿੰਦੇ ਜਿਹੜੀ ਹੈਗੀ ਆ ਵੀ ਇਹ ਉਹਦਾ ਜਿਹੜਾ ਜੀਵਨ ਸੀਗਾ, ਵੀ ਫਿਰ ਇਹ ਕਿਸ ਅਰਥ ਆਇਆ। ਵਾਹਿਗੁਰੂ ਜੀ, ਵਾਹਿਗੁਰੂ। ਲੱਖ ਸਾਸਤ ਸਮਝਾਵਣੀ, ਲੱਖ ਪੰਡਤ ਪੜ੍ਹੈ ਪੁਰਾਣ। ਜਾਂ ਪਤ ਲੇਖੈ ਨਾ ਪਵੈ, ਤਾਂ ਸਭੈ ਕੁਪਰਵਾਣ। ਕਹਿੰਦੇ ਵੀ ਜੇ ਕੋਈ ਲੱਖਾਂ ਹੀ ਸ਼ਾਸਤਰ ਪੜ੍ਹਦਾ ਅਤੇ ਦੂਜਿਆਂ ਨੂੰ ਵੀ ਸਮਝਾਉਂਦਾ, ਪੁਰਾਣ ਪੜ੍ਹਦੇ ਨੇ ਲੱਖਾਂ ਹੀ ਪੰਡਤ, ਅਤੇ ਪਰ ਜੇ ਕਹਿੰਦਾ ਇਹ ਸਾਰਾ ਕੁਛ ਕਰਦੇ ਨੇ ਪਰ ਉਹਦਾ ਨਾਮ ਨਹੀਂ ਸਿਮਰਦੇ, ਪਰਮਾਤਮਾ ਦੇ ਦਰਗਾਹ ਦੇ ਵਿੱਚ ਕਬੂਲ ਨਹੀਂ ਪੈਂਦੇ, ਤਾਂ ਸਭ ਕੁਛ ਇਹ ਕੀਤਾ ਬੇਅਰਥ ਆ। ਸੱਚ ਨਾਮ ਪਤ ਊਪਜੈ, ਕਰਮ ਨਾਮ ਕਰਤਾਰ। ਅਹਨਸ ਹਿਰਦੈ ਜੇ ਵਸੈ, ਨਾਨਕ ਨਦਰੀ ਪਾਰ। ਕਹਿੰਦੇ ਜਿਹੜੀ ਪੱਤ ਆ, ਇੱਜ਼ਤ ਆ, ਦਰਗਾਹ ਵਿੱਚ ਬਣਦੀ ਆ ਪਰਮਾਤਮਾ ਦੇ, ਉਹ ਬਣਦੀ ਆ ਉਹਦਾ ਨਾਮ ਜਪਣ ਦੇ ਨਾਲ, ਅਤੇ ਜਿਹੜਾ ਇਹ ਨਾਮ ਆ ਇਹ ਉਹਦੀ ਮਿਹਰ ਦੇ ਨਾਲ ਦਾਤ ਮਿਲਦੀ ਆ। ਫਿਰ ਕਹਿੰਦੇ ਜੋ ਦਿਨ ਰਾਤ ਹਿਰਦੇ ਦੇ ਵਿੱਚ ਉਹਦਾ ਨਾਮ ਵਸਾਉਂਦੇ ਨੇ, ਉਹਨੂੰ ਚੇਤੇ ਵਿੱਚ ਵਸਾਉਂਦੇ ਨੇ, ਨਾਨਕ ਜੀ ਕਹਿੰਦੇ ਨੇ ਉਹ ਉਸ ਪਰਮਾਤਮਾ ਦੀ ਮਿਹਰ ਦੀ ਨਜ਼ਰ ਦੇ ਨਾਲ ਇਸ ਭਵਜਲ ਤੋਂ ਤਰ ਜਾਂਦੇ ਨੇ, ਉਹਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੇ ਨੇ।
आसा महला पहला, दीवा मेरा एक नाम, दुख विच पाया तेल। उन चानण ओह सोखिया, चूका स्यों जम स्यों मेल। उन चानण ओह सोखिया, चूका जम स्यों मेल। लोका मत को फक्कड़ पाए, लख मड़िया कर इकट्ठे, एक रतीले पाहे रहाओ। ਹਾਂਜੀ ਸੰਗਤ ਜੀ, ਹੁਣ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਪਰਮਾਤਮਾ ਦੇ ਨਾਮ ਨੂੰ ਇੱਕ ਆਪਣੇ ਲਈ ਆਤਮਿਕ ਚਾਨਣ ਦਾ ਦੀਵਾ ਬਣਾਇਆ ਹੋਇਆ। ਇਹਦੇ ਵਿੱਚ ਸੰਸਾਰ ਵਿੱਚ ਜਿਹੜੇ ਵਿਆਪਕ ਦੁੱਖ ਨੇ ਉਹਦਾ ਮੈਂ ਮਤਲਬ ਤੇਲ ਪਾਇਆ ਇਹਦੇ ਵਿੱਚ। ਫਿਰ ਕਹਿੰਦੇ ਜਿਹੜਾ ਉਹ ਆਤਮਿਕ ਚਾਨਣ ਵਾਲਾ ਦੀਵਾ ਉਹ ਮੇਰੇ ਇਸ ਤੇਲ ਨੂੰ ਸਾੜਦਾ ਜਾਂਦਾ। ਤੇਲ ਕਿਹੜਾ? ਦੁੱਖਾਂ ਦਾ। ਵੀ ਦੁੱਖ ਫਿਰ ਮਹਿਸੂਸ ਨਹੀਂ ਹੁੰਦੇ ਉਸ ਪਰਮਾਤਮਾ ਤੋਂ ਜਦੋਂ ਆਤਮਿਕ ਗਿਆਨ ਦਾ ਚਾਨਣ ਮਿਲਦਾ। ਫਿਰ ਕਹਿੰਦੇ ਕੀ ਹੁੰਦਾ? ਫਿਰ ਕਹਿੰਦੇ ਮੇਰਾ ਜਮ ਦੇ ਨਾਲ ਵਾਸਤਾ ਨਹੀਂ ਪੈਂਦਾ, ਕਿਉਂਕਿ ਮੇਰੇ ਕੋਲ ਪਰਮਾਤਮਾ ਦਾ ਦਿੱਤਾ ਗਿਆਨ ਰੂਪੀ ਆਤਮਿਕ ਚਾਨਣ ਹੈ। ਫਿਰ ਕਹਿੰਦੇ ਵੀ ਇਸ ਗੱਲ ਨੂੰ ਮਜ਼ਾਕ ਨਾ ਸਮਝੋ ਕਿ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਵੀ ਸਾਨੂੰ ਕਿੰਨੀਆਂ ਪ੍ਰਾਪਤੀਆਂ ਹੁੰਦੀਆਂ ਨੇ। ਕਹਿੰਦੇ ਵੀ ਜੇ ਅਸੀਂ ਲੱਖਾਂ ਮਾਣੀ ਲੱਕੜ ਇਕੱਠੀ ਕੀਤੀ ਹੋਵੇ ਤਾਂ ਉਹਨੂੰ ਸਾੜਨ ਦੇ ਲਈ ਕਿਤੇ ਲੱਖਾਂ ਮਾਣੀ ਤੀਲੀਆਂ ਚਾਹੀਦੀਆਂ ਨੇ ਅੱਗ ਦੀਆਂ? ਨਹੀਂ, ਇੱਕ ਛੋਟੀ ਜਿਹੀ ਤੀਲੀ ਉਹ ਸਾਰੀ ਲੱਖਾਂ ਮਣ ਜਿਹੜੀ ਲੱਕੜ ਆ ਉਹਨੂੰ ਸਾੜ ਕੇ ਰੱਖ ਦਿੰਦੀ ਆ। ਇਸ ਤਰ੍ਹਾਂ ਹੀ ਕਹਿੰਦੇ ਪਰਮਾਤਮਾ ਦਾ ਨਾਮ ਆ, ਸਾਡੇ ਜਨਮਾਂ ਜਨਮਾਂ ਦੇ ਜਿਹੜੇ ਪਾਪ ਨੇ ਉਹ ਸਾੜਨ ਦੀ ਉਹਦੇ ਵਿੱਚ ਤਾਕਤ ਆ ਪਰਮਾਤਮਾ ਦੇ ਨਾਮ ਵਿੱਚ। ਵਾਹਿਗੁਰੂ ਜੀ, ਜੇ ਅਸੀਂ ਇੱਕ ਪਲ ਦੇ ਲਈ ਹਿਰਦੇ ਵਿੱਚੋਂ ਲੈ ਲਿਆ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਨਾ ਕਿ ਵੀ ਇੱਕ ਪਲ ਉਹਦਾ ਨਾਂ ਧਿਆਉਣ ਦੇ ਨਾਲ ਜਨਮ ਮਰਨ ਦੇ ਸੰਕਟ 'ਚ ਨਹੀਂ ਪੈਂਦੇ ਹੈਗੇ। ਵਾਹਿਗੁਰੂ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਪਿੰਡ ਪੱਤਲ ਮੇਰੀ ਕੇ ਸੋ ਕਿਰਿਆ, ਸੱਚ ਨਾਮ ਕਰਤਾਰ, ਇੱਥੇ ਉੱਥੇ ਆਗੇ ਪਾਛੈ ਇਹ ਮੇਰਾ ਆਧਾਰ। ਕਹਿੰਦੇ ਜਿਸ ਤਰ੍ਹਾਂ ਅੱਗੇ ਪਿੱਛੇ ਹੁਣ ਵੀ ਸ਼ਾਇਦ ਪਤਾ ਨਹੀਂ ਕਰਦੇ ਹੋਣੇ ਪੰਡਤ ਲੋਕੀ ਬ੍ਰਾਹਮਣਾਂ ਦੇ, ਜਿਸ ਤਰ੍ਹਾਂ ਮਰਨ ਤੋਂ ਬਾਅਦ ਪੱਤਲ ਭਰਦੇ ਸੀਗੇ, ਕੋਈ ਜਿੱਦਾਂ ਪਿੰਨੇ ਬਣਾਉਂਦੇ ਸੀ ਜੌਆਂ ਦੇ ਜਾਂ ਚੌਲਾਂ ਦੇ, ਦੇਵੀ ਦੇਵਤਿਆਂ ਨੂੰ ਦਿੰਦੇ ਸੀ, ਫਿਰ ਇੱਕ ਪਿੰਨਾ ਪਿੱਤਰਾਂ ਨੂੰ ਦਿੰਦੇ ਸੀ। ਇਸ ਤਰ੍ਹਾਂ ਦੇ ਕੋਈ ਮਤਲਬ ਉਹਨਾਂ ਨੇ ਬਣਾਏ ਹੋਏ ਸੀ ਰੀਤੀ ਰਿਵਾਜ ਹੈ। ਕਹਿੰਦੇ ਮੇਰੇ ਲਈ ਤਾਂ ਸਾਰਾ ਕੁਛ ਉਸ ਪਰਮਾਤਮਾ ਦਾ ਨਾਮ ਆ, ਇਹ ਸਾਰਾ ਕੁਛ ਪਰਮਾਤਮਾ ਦੇ ਨਾਮ ਵਿੱਚ ਇਹ ਸਾਰੇ ਰੀਤੀ ਰਿਵਾਜ ਨੇ। ਕਹਿੰਦੇ ਉਹ ਪਰਮਾਤਮਾ ਦਾ ਨਾਮ ਇਸ ਤਰ੍ਹਾਂ ਨਹੀਂ, ਜਿਹੜੇ ਪੱਤਲ ਭਰਨੇ ਨੇ ਇਹ ਪਿੰਨ ਬਣਾਉਂਦੇ ਨੇ ਚੌਆਂ ਦੇ ਜਾਂ ਚੌਲਾਂ ਦੇ, ਕਿੰਨੀ ਕੁ ਦੇਰ ਚੱਲ ਜਾਂਦੇ ਨੇ ਕਹਿੰਦੇ ਇਹ, ਪਰ ਮੇਰੇ ਲਈ ਜੋ ਕਹਿੰਦੇ ਪਰਮਾਤਮਾ ਦਾ ਨਾਂ ਇਹ ਕਦੇ ਖਤਮ ਹੀ ਨਹੀਂ ਹੁੰਦਾ। ਇੱਥੇ ਵੀ ਮੇਰਾ ਸਹਾਈ ਆ, ਉੱਥੇ ਪਰਲੋਕ ਵਿੱਚ ਵੀ ਸਹਾਈ ਆ। ਕਹਿੰਦੇ ਮੈਨੂੰ ਤਾਂ ਪਰਮਾਤਮਾ ਦੇ ਨਾਮ ਦਾ ਹੀ ਆਸਰਾ। ਗੰਗ ਬਨਾਰਸ ਸਿਫਤ ਤੁਮਾਰੀ, ਨਾਵੈ ਆਤਮ ਰਾਓ, ਸੱਚਾ ਨਾਵਣ ਤਾਂ ਥੀਐ, ਜਾਂ ਅਹਨਸ ਲਾਗੈ ਪਾਓ। ਕਹਿੰਦੇ ਜਿਸ ਤਰ੍ਹਾਂ ਹੁੰਦਾ ਨਾ ਕਿ ਗੰਗਾ, ਬਨਾਰਸ ਦੇ ਕਾਸ਼ੀ, ਉੱਥੇ ਤੀਰਥਾਂ ਦੇ ਇਸ਼ਨਾਨ ਕਰਨੇ। ਕਹਿੰਦੇ ਮੇਰੇ ਲਈ ਸਭ ਕੁਛ ਉਸ ਪਰਮਾਤਮਾ ਦਾ ਨਾਂ ਹੀ ਆ। ਸਾਰੇ ਤੀਰਥ ਇਸ਼ਨਾਨ ਜਿੱਥੇ ਕਹਿੰਦੇ ਪਰਮਾਤਮਾ ਦੇ ਨਾਮ ਵਿੱਚ ਹੀ ਮੇਰੀ ਆਤਮਾ ਕਹਿੰਦੇ ਆਤਮਿਕ ਇਸ਼ਨਾਨ ਕਰਦੀ ਆ। ਕਹਿੰਦੇ ਸੱਚਾ ਨਹਾਵਣ ਤਾਂ ਹੀ ਆ ਤੀਰਥਾਂ ਦਾ ਮੰਨਿਆ ਜਾਂਦਾ, ਜੇ ਦਿਨ ਰਾਤ ਉਸ ਪਰਮਾਤਮਾ ਲਈ ਸਾਡੇ ਅੰਦਰ ਪ੍ਰੇਮ ਆ, ਉਹ ਪਰਮਾਤਮਾ ਸਾਡੇ ਚੇਤੇ ਵਿੱਚ ਦਿਨ ਰਾਤ ਵਸਦਾ। ਇਹ ਸੱਚਾ ਨਹਾਵਣ ਆ ਤੀਰਥਾਂ ਦਾ। ਇੱਕ ਲੋਕੀ ਹੋਰ ਸ਼ਮਸ਼ਰੀ, ਬ੍ਰਾਹਮਣ ਵਟ ਪਿੰਡ ਖਾਏ, ਨਾਨਕ ਪਿੰਡ ਬਖਸ਼ੀਸ ਕਾ, ਕਭੂ ਨਿਕੁਠ ਸੁਨਾਹੇ। ਫਿਰ ਉਹੀ ਗੱਲ ਕਰਦੇ ਨੇ, ਕਹਿੰਦੇ ਵੀ ਜਿਹੜੇ ਉਹ ਪਿੰਨੇ ਵਟਦੇ ਸੀ ਨਾ, ਮਤਲਬ ਜਿਹੜੇ ਬ੍ਰਾਹਮਣ, ਕਹਿੰਦੇ ਉਹ ਕਿੰਨੀ ਕੁ ਦੇਰ ਚੱਲਦੇ ਸੀਗੇ, ਵੀ ਉਹ ਤਾਂ ਫੇਰ ਜਿੱਦਾਂ ਖਤਮ ਹੋ ਜਾਂਦੇ ਸੀ। ਪਰ ਜਿਹੜਾ ਪਰਮਾਤਮਾ ਦੀ ਜਿਹਦੀ ਬਖਸ਼ਿਸ਼ ਦਾ ਕਹਿੰਦੇ ਮਤਲਬ ਜਿਹੜਾ ਇਹ ਪਿੰਨਾ ਹੈਗਾ ਉਹ ਕਦੇ ਖਤਮ ਨਹੀਂ ਹੁੰਦਾ, ਉਹ ਹਮੇਸ਼ਾ ਸਾਡੇ ਨਾਲ ਰਹਿੰਦਾ। ਜੀਵ ਉਹਦਾ ਨਾਮ ਜਪੇ ਤਾਂ ਉਹਦੀਆਂ ਬਖਸ਼ਿਸ਼ਾਂ ਦਾ ਭਾਗੀਦਾਰ ਬਣਦਾ ਹੈ।
ਵਾਹਿਗੁਰੂ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਆਸਾ ਘਰ ਚੌਥਾ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਦੇਵਤਿਆਂ ਦਰਸ਼ਨ ਕੈ ਤਾਈ ਦੁਖ ਭੂਖ ਤੀਰਥ ਕੀਏ। जोगी जति जुगत मह रहते कर कर भगवै पेख पए। तो कारण साहिबा रंग रते तेरे नाम अनेका रूप अनंता कहन न जाही तेरे गुण केते रहाओ। ਕਹਿੰਦੇ ਦੇਵੀ ਦੇਵਤਿਆਂ ਨੇ ਵੀ ਪਰਮਾਤਮਾ ਜੀ ਤੇਰਾ ਦਰਸ਼ਨ ਪਾਉਣ ਲਈ ਬੜੇ ਦੁੱਖ ਸਹਾਰੇ ਨੇ, ਭੁੱਖੇ ਰਹੇ ਨੇ, ਤੀਰਥਾਂ 'ਤੇ ਜਾ ਕੇ ਵਸੇ ਨੇ। ਇਵੇਂ ਹੀ ਕਹਿੰਦੇ ਕਈ ਜੋਗੀ ਨੇ, ਜਤੀ ਨੇ ਜਿਹੜੇ ਵੀ ਤੈਨੂੰ ਪਾਉਣ ਦੇ ਲਈ ਉਹਨਾਂ ਨੇ ਬੜੇ ਭਗਵੇਂ ਵੇਸ ਬਣਾਏ ਨੇ, ਬੜੇ ਉਹਨਾਂ ਨੇ ਭੇਖ ਕੀਤੇ ਨੇ ਵੀ ਤੈਨੂੰ ਪ੍ਰਾਪਤ ਕਰ ਸਕਣ। ਤੋ ਕਾਰਨ ਸਾਹਿਬਾ ਰੰਗ ਰਤੇ, ਕਹਿੰਦੇ ਵੀ ਤੈਨੂੰ ਪਾਉਣ ਦੇ ਲਈ ਤੇਰੇ ਨਾਲ ਪ੍ਰੇਮ ਕੀਤਾ। ਕਹਿੰਦੇ ਹੇ ਪਰਮਾਤਮਾ ਜੀ ਤੇਰੇ ਅਨੇਕਾਂ ਹੀ ਨਾਮ ਨੇ, ਤੇਰੇ ਅਨੇਕਾਂ ਹੀ ਰੂਪ ਨੇ, ਪਰ ਤੇਰੇ ਗੁਣ ਕਹਿੰਦੇ ਅਸੀਂ ਕਹਿ ਨਹੀਂ ਸਕਦੇ ਕਿੰਨੇ ਨੇ। ਤੇਰੇ ਗੁਣ ਸਾਡੀ ਗਿਣਤੀ 'ਚ ਨਹੀਂ ਆ ਸਕਦੇ, ਤੇਰੇ ਗੁਣਾਂ ਦੀ ਅਸੀਂ ਕੀਮਤ ਨਹੀਂ ਪਾ ਸਕਦੇ। ਦਰ ਕਰ ਮਹਿਲਾ ਹਸਤੀ ਘੋੜੇ ਛੋੜ ਵਿਲਾਇਤ ਦੇਸ ਗਏ। ਪੀਰ ਪਿਕੰਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਏ ਪਏ। ਫਿਰ ਕਹਿੰਦੇ ਤੈਨੂੰ ਪ੍ਰਾਪਤ ਕਰਨ ਲਈ ਪਰਮਾਤਮਾ ਜੀ ਰਾਜਿਆਂ ਮਹਾਰਾਜਿਆਂ ਨੇ ਜਿਹੜੇ ਚਾਹੁੰਦੇ ਸੀ ਤੇਰਾ ਦਰਸ਼ਨ ਕਰਨਾ, ਆਪਣੇ ਉਹਨਾਂ ਨੇ ਮਹਿਲ ਛੱਡੇ, ਹਾਥੀ ਘੋੜੇ ਛੱਡੇ, ਜੰਗਲਾਂ 'ਚ ਗਏ। ਇਸ ਤਰ੍ਹਾਂ ਹੀ ਕਹਿੰਦੇ ਪੀਰ ਪੈਗੰਬਰ ਗਿਆਨਵਾਨ ਲੋਕੀ, ਸਿਦਕੀ ਲੋਕੀ, ਉਹ ਵੀ ਕਹਿੰਦੇ ਦੁਨੀਆ ਨੂੰ ਛੱਡ ਕੇ ਜੰਗਲਾਂ 'ਚ ਗਏ ਤੈਨੂੰ ਪਾਉਣ ਲਈ। ਸਾਧ ਸਹਿਜ ਸੁਖ ਰਸ ਕਸ ਤਜੀਲੇ ਕਾਪੜ ਛੋਡੇ ਚਮੜ ਲੀਏ। ਦੁਖੀਏ ਦਰਦ ਬੰਦ ਦਰ ਤੇਰੇ ਨਾਮ ਰਤੇ ਦਰਵੇਸ ਪਏ। ਕਹਿੰਦੇ ਇਸ ਤਰ੍ਹਾਂ ਹੀ ਜਿਹੜੇ ਫਿਰ ਤੈਨੂੰ ਪਾਉਣ ਦੇ ਚਾਹਵਾਨ ਸੀ ਉਹਨਾਂ ਨੇ ਦੁਨੀਆ ਦੇ ਰਸ ਕਸ ਛੱਡੇ। ਫਿਰ ਉਹਨਾਂ ਨੇ ਕਹਿੰਦੇ ਇਹ ਜਿਹੜੇ ਆਮ ਸੰਸਾਰਿਕ ਕੱਪੜੇ ਛੱਡ ਕੇ ਸਰੀਰ 'ਤੇ ਚਮੜੇ ਬੰਨੇ, ਉਹਨਾਂ ਨੇ ਸਾਰੇ ਜਿਹੜੇ ਦੁਨੀਆ ਦੇ ਸੁੱਖ ਛੱਡੇ ਕਿ ਸ਼ਾਇਦ ਤੈਨੂੰ ਪਾ ਲਈਏ। ਕਹਿੰਦੇ ਫਿਰ ਉਹਨਾਂ ਨੇ ਦੁਖੀਆਂ ਵਾਂਗੂ ਦਰਦਵੰਦਾਂ ਵਾਂਗੂ, ਕਹਿੰਦੇ ਜਿਵੇਂ ਦਰਦਵੰਦ ਹੁੰਦੇ ਨੇ ਨਾ ਵੀ ਦੁਖੀਏ ਹੁੰਦੇ ਨੇ, ਵੀ ਉਹਨਾਂ ਨੇ ਕਹਿੰਦੇ ਵੀ ਫਕੀਰੀ ਕੀਤੀ ਤੇਰੇ ਨਾਮ ਨੂੰ ਪਾਉਣ ਦੇ ਲਈ। ਖੱਲੜੀ ਖੱਪਰੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਕੀਨੀ। ਤੂੰ ਸਾਹਿਬ ਹੋ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ। ਫਿਰ ਕਹਿੰਦੇ ਕਈਆਂ ਨੇ ਖੱਪਰ ਲਏ ਹੱਥ ਵਿੱਚ, ਕਈਆਂ ਨੇ ਡੰਡੇਦਾਰ ਸਾਧੂ ਬਣੇ, ਸੰਨਿਆਸੀ ਬਣੇ, ਕਹਿੰਦੇ ਚਮੜੇ ਦੇ ਕੱਪੜੇ ਪਾਏ ਹੈ ਨਾ, ਕਹਿੰਦੇ ਬੋਦੀਆਂ ਰੱਖੀਆਂ, ਧੋਤੀਆਂ, ਮਤਲਬ ਅਲੱਗ ਅਲੱਗ ਤਰ੍ਹਾਂ ਦੇ ਭੇਖ ਬਣਾਏ ਕਿ ਤੇਰਾ ਦੀਦਾਰ ਕਰ ਸਕਣ, ਤੈਨੂੰ ਪਾ ਸਕਣ। ਪਰ ਕਹਿੰਦੇ ਸੱਚੇ ਪਾਤਸ਼ਾਹ ਜੀ ਤੂੰ ਮੇਰਾ ਮਾਲਕ ਆ, ਮੈਂ ਤੇਰੇ ਹੱਥ ਵਿੱਚ ਤੇਰੇ ਅਨੁਸਾਰ ਚੱਲਣ ਵਾਲੀ ਕਠਪੁਤਲੀ ਆ। ਜਿਸ ਹਾਲ ਵਿੱਚ ਤੂੰ ਮੈਨੂੰ ਰੱਖਦਾ ਮੈਂ ਉਸੇ ਹਾਲ ਵਿੱਚ ਰਹਿਣਾ। ਕਹਿੰਦੇ ਵੀ ਮੈਂ ਤਾਂ ਤੇਰੇ ਹੱਥ ਵਿੱਚ ਚੱਲਣ ਵਾਲਾ, ਜਿਸ ਤਰ੍ਹਾਂ ਹੁੰਦਾ ਨਾ ਕਿ ਜਿਵੇਂ ਮੈਨੂੰ ਤੂੰ ਚਲਾਏਂਗਾ ਮੈਂ ਉਸ ਤਰ੍ਹਾਂ ਚੱਲਦਾ, ਜਿਵੇਂ ਤੂੰ ਮੈਨੂੰ ਮੱਤ ਦਿੰਦਾ ਉਸ ਤਰ੍ਹਾਂ ਦੀ ਮੈਨੂੰ ਮੱਤ ਆਉਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਨਾਨਕ ਦੀ ਕੋਈ ਅਲੱਗ ਜਾਤ ਨਹੀਂ ਹੈਗੀ, ਕੋਈ ਮੇਰਾ ਭਿੰਨ ਇਸ ਤਰ੍ਹਾਂ ਦਾ ਅਲੱਗ ਬਣਾਇਆ ਹੋਇਆ ਭੇਖ ਨਹੀਂ ਹੈਗਾ। ਕਹਿੰਦੇ ਜਿਵੇਂ ਤੂੰ ਮੈਨੂੰ ਰੱਖਦਾ ਮੈਂ ਤਾਂ ਉਸ ਤਰ੍ਹਾਂ ਦਾ ਰਹਿਣ ਵਾਲਾ ਤੇਰਾ ਸਵਾਂਗੀ ਆ, ਤੂੰ ਮੇਰਾ ਮਾਲਕ ਆ। ਸੱਚੇ ਪਾਤਸ਼ਾਹ ਜੀ। ਆਸਾ ਘਰ ਪੰਜਵਾਂ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਭੀਤਰ ਪੰਚ ਗੁਪਤ ਮਨ ਵਾਸੇ ਥਿਰ ਨਾ ਰਹੇ ਜੈਸੇ ਪਵੈ ਉਦਾਸੇ। ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੇ। ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲੱਗੈ ਰਹਾਓ। ਜਿਸ ਤਰ੍ਹਾਂ ਇਹ ਸਾਰਾ ਬਾਣੀ ਦੇ ਵਿੱਚ ਨਾਨਕ ਪਾਤਸ਼ਾਹ ਆਪਣੇ 'ਤੇ ਟੁਕਾ ਕੇ ਗੱਲ ਕਰਦੇ ਨੇ, ਪਰ ਹੈ ਇਹ ਸਾਡੇ ਜੀਵਾਂ ਲਈ, ਕਿਉਂਕਿ ਪਾਤਸ਼ਾਹ ਤਾਂ ਪਰਮਾਤਮਾ ਦਾ ਰੂਪ ਨੇ। ਕਹਿੰਦੇ ਮੇਰੇ ਅੰਦਰ 5 ਕਹਿੰਦੇ ਵਿਕਾਰ ਮੇਰੇ ਮਨ ਵਿੱਚ ਵਸਦੇ ਨੇ। ਕਹਿੰਦੇ ਇਹਨਾਂ 5 ਵਿਕਾਰਾਂ ਕਰਕੇ ਜਿਹੜਾ ਮੇਰਾ ਮਨ ਆ ਉਹ ਚੰਚਲ ਆ। ਕਹਿੰਦੇ
ਕਹਿੰਦੇ ਉਹ ਸਥਿਰ ਨਹੀਂ ਹੈਗਾ, ਲੋਭੀ ਆ ਕਹਿੰਦੇ, ਕਪਟੀ ਆ, ਪਾਪੀ ਆ, ਪਖੰਡੀ ਆ ਕਹਿੰਦੇ, ਮਾਇਆ ਦੇ ਪਿੱਛੇ ਲੱਗਿਆ ਹੋਇਆ ਮੇਰਾ ਮਨ ਕਹਿੰਦੇ ਚੰਚਲ ਹੈ ਕਹਿੰਦੇ। ਇਹ 5 ਜਿਹੜੇ ਵਿਕਾਰ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਹਿੰਦੇ ਉਹ ਅੰਦਰ ਵਸਦੇ ਨੇ ਮਨ 'ਚ। ਫੂਲ ਮਾਲਾ ਗਲ ਪਹਿਰੂੰਗੀ ਹਾਰੋ, ਮਿਲੇਗਾ ਪ੍ਰੀਤਮ ਤਬ ਕਰੂੰਗੀ ਸਿਕਾਰੋ। पंच सखी हम एक पतारो, पेड़ लगी है जीड़ा चालन हारो। पंच सखी मिल रुदन करेहा, साहा पजूता परणवत नानक लेखा देहा। ਕਹਿੰਦੇ ਜਿਸ ਤਰ੍ਹਾਂ ਕੋਈ ਇੱਕ ਇਸਤਰੀ ਆ, ਉਹ ਕਹਿੰਦੀ ਆ ਕਿ ਵੀ ਜਦੋਂ ਮੇਰਾ ਪਤੀ ਆਊਗਾ ਤਾਂ ਮੈਂ ਸ਼ਿੰਗਾਰ ਕਰਦੀ ਹਾਂ, ਗਲ ਦੇ ਵਿੱਚ ਹਾਰ ਪਾਊਂਗੀ, ਮਾਲਾ ਪਾਊਂਗੀ, ਹੈ ਨਾ, ਵੀ ਇਸ ਤਰ੍ਹਾਂ ਦੀ ਉਹ ਮਨ ਦੇ ਵਿੱਚ ਤਰਕੀਬ ਬਣਾਉਂਦੀ ਆ। ਇਸ ਤਰ੍ਹਾਂ ਹੀ ਕਹਿੰਦੇ ਜਿਹੜੀਆਂ ਸਾਡੀਆਂ 5 ਗਿਆਨ ਇੰਦਰੀਆਂ ਨੇ, ਉਹਨਾਂ ਦਾ ਮਤਲਬ ਮਾਲਕ ਮਨ ਹੈ। ਜਿਹੜਾ ਕਹਿੰਦੇ ਮਨ ਹੈ ਉਹ ਗਿਆਨ ਇੰਦਰੀਆਂ ਦਾ ਮਾਲਕ ਹੈ, ਪਰ ਗਿਆਨ ਇੰਦਰੀਆਂ ਇਹ ਨਹੀਂ ਸਮਝ ਰਹੀਆਂ ਕਿ ਜਿਹੜੀ ਜੀਵ ਆਤਮਾ ਹੈ ਇਹ ਚੱਲਣਹਾਰ ਹੈ। ਉਹ ਇਹਦਾ ਫਾਇਦਾ ਕਰਕੇ ਇਹਨੂੰ ਨਾਮ ਜਪਣ 'ਚ ਨਹੀਂ ਲਾਉਂਦੀਆਂ, ਸਗੋਂ ਮਨ ਨੂੰ ਸਰੀਰ ਦੇ ਪਦਾਰਥਕ ਭੋਗਾਂ ਦੇ ਵਿੱਚ ਲਾਉਂਦੀਆਂ ਨੇ। ਜਦੋਂ ਕਹਿੰਦੇ ਜੀਵ ਆਤਮਾ ਸਰੀਰ ਵਿੱਚੋਂ ਨਿਕਲ ਜਾਂਦਾ ਹੈ ਤਾਂ ਜਿਹੜੀਆਂ ਇਹ 5 ਗਿਆਨ ਇੰਦਰੀਆਂ ਨੇ ਇਹ ਰੋਂਦੀਆਂ ਨੇ, ਇੱਥੇ ਰਹਿੰਦੀਆਂ ਨੇ। ਇਹ ਮਤਲਬ ਇਹ ਸਰੀਰ ਦੇ ਨਾਲ ਇਹ ਖਤਮ ਹੋ ਜਾਂਦਾ, ਸਭ ਕੁਛ ਰਹਿੰਦਾ ਹੈ ਜੀਵ ਆਤਮਾ ਜੋ ਪਰਮਾਤਮਾ ਦੇ ਤੱਕ ਪਹੁੰਚਦਾ ਹੈ ਲੇਖਾ ਦੇਣ ਲਈ। ਫਿਰ ਕਹਿੰਦੇ ਜਿਹੜਾ ਸਰੀਰ ਹੈ ਉਹਨੇ ਲੇਖਾ ਨਹੀਂ ਦੇਣਾ। ਲੇਖਾ ਕਿਹਨੇ ਦੇਣਾ? ਲੇਖਾ ਦੇਣਾ ਜੀਵ ਆਤਮਾ ਨੇ। ਪਰ ਜਦ ਸੰਸਾਰ ਵਿੱਚ ਹੁੰਦਾ, ਗਿਆਨ ਇੰਦਰੀਆਂ ਦੇ ਆਖੇ ਲੱਗਦਾ ਮਨ ਜੀਵ ਆਤਮਾ ਇਹ ਇੱਕੋ ਚੀਜ਼ਾਂ ਨੇ। ਜੇ ਸਮਝਣ ਦੇ ਵਿੱਚ, ਕਿਉਂਕਿ ਇਹ ਜੇ ਅਸੀਂ ਪੂਰੀ ਤਰ੍ਹਾਂ ਸਮਝ ਲਈਏ ਫਿਰ ਉਹ ਪਰਮਾਤਮਾ ਦੀ ਖੇਡ ਸਮਝ ਆ ਜਾਣੀ ਆ, ਪਰ ਉਹਦੀ ਸਮਝ ਖੇਡ ਦੀ ਆਉਂਦੀ ਨਹੀਂ ਜਦ ਤੱਕ ਉਹ ਕਿਸੇ ਨੂੰ ਦਿੰਦਾ ਨਹੀਂ ਆ। ਇਹੀ ਉਹਦੇ ਭੇਦ ਨੇ। ਇਹ ਜਿਹੜੀ ਜੀਵ ਆਤਮਾ ਫਿਰ ਇਹਨੇ ਲੇਖਾ ਦੇਣਾ, ਗਿਆਨ ਇੰਦਰੀਆਂ ਨੇ ਇੱਥੇ ਰਹਿ ਜਾਣਾ ਸਰੀਰ ਦੇ ਨਾਲ। ਪਰ ਜਦੋਂ ਜੀਵਨ ਆ, ਗਿਆਨ ਇੰਦਰੀਆਂ ਜੀਵ ਆਤਮਾ ਨੂੰ ਵੀ, ਮਨ ਨੂੰ ਵੀ ਪਦਾਰਥਕ ਭੋਗਾਂ 'ਚ ਲਾਉਂਦੀਆਂ ਨੇ, ਉਹਨੂੰ ਆਪਣਾ ਅਸਲੀ ਕੰਮ ਨਾਮ ਜਪਣ ਨਹੀਂ ਦਿੰਦੀਆਂ ਹੈ। ਵਾਹਿਗੁਰੂ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਸਾ ਘਰ ਛੇਵਾਂ ਮਹੱਲਾ ਪਹਿਲਾ। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਤਾਰੀ। ਖਿਮਾ ਸਿਗਾਰ ਕਾਮਣ ਤਨ ਪਹਿਰੈ, ਰਾਵੈ ਲਾਲ ਪਿਆਰੀ। ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋ ਨਾ ਅਵਰੀ। ਰਹਾਓ। ਕਹਿੰਦੇ ਜੇ ਸਾਡਾ ਮਨ ਮੋਤੀਆਂ ਵਾਂਗ ਕਹਿੰਦੇ ਗਹਿਣਾ ਬਣ ਜਾਵੇ, ਕਹਿੰਦੇ ਜਿਵੇਂ ਗਹਿਣਾ ਕਹਿੰਦੇ ਨੇ ਵੀ ਸੁੰਦਰ ਗਹਿਣਾ, ਸਾਫ ਸਵਾਸ਼ਾ, ਇੱਦਾਂ ਮਨ ਮੋਤੀ ਬਣ ਜਾਵੇ ਅਤੇ ਸਾਡੇ ਜਿਹੜੇ ਸਾਸ ਨੇ ਉਹ ਪਰਮਾਤਮਾ ਦਾ ਨਾਮ ਜਪਣ, ਇਹ ਬਣ ਜਾਵੇ ਧਾਗਾ। ਫਿਰ ਇਸ ਤਰ੍ਹਾਂ ਦੀ ਮਾਲਾ ਪਰੋ ਹੋਵੇ, ਸਵਾਸਾਂ ਦਾ ਧਾਗਾ ਬਣੇ, ਨਾਮ ਦਾ ਸਿਮਰਨ ਦਾ, ਸਵਾਸ ਸਿਮਰਨਾ ਉਹ ਧਾਗਾ ਬਣੇ, ਮਨ ਉਜਲ ਹੋ ਕੇ ਮੋਤੀ ਬਣ ਜਾਏ, ਇਸ ਤਰ੍ਹਾਂ ਦੀ ਪਵਿੱਤਰ ਮਾਲਾ ਬਣੇ। ਕਹਿੰਦੇ ਜੇ ਕਹਿੰਦੇ ਜੀਵ ਇਸਤਰੀ ਦੂਜੇ ਦੀ ਵਧੀਕੀ ਨੂੰ ਜਰ ਜਾਵੇ, ਇਹ ਗੁਣ ਪੈਦਾ ਕਰ ਲਵੇ ਤਾਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ। ਕਹਿੰਦੇ ਹੇ ਪਰਮਾਤਮਾ ਜੀ ਤੇਰੇ ਬਹੁਤ ਗੁਣ ਨੇ, ਤੇਰੇ ਇਹ ਗੁਣ ਦੇਖ ਕੇ ਜੀਵ ਇਸਤਰੀ ਤੇਰੇ 'ਤੇ ਮੋਹਿਤ ਹੈ। ਇਹ ਤੇਰੇ ਵਿੱਚ ਗੁਣ ਨੇ, ਇਹ ਕਿਸੇ ਹੋਰ ਵਿੱਚ ਨਹੀਂ ਹੈਗੇ, ਤਾਂ ਹੀ ਫਿਰ ਉਹ ਕਿਸੇ ਹੋਰ 'ਤੇ ਮੋਹਿਤ ਨਹੀਂ। ਜੀਵ ਇਸਤਰੀ ਹੇ ਪਰਮੇਸ਼ਰ ਜੀ ਤੇਰੇ 'ਤੇ ਮੋਹਿਤ ਆ ਤੇਰੇ ਗੁਣ ਦੇਖ ਕੇ। ਹਰ ਹਰ ਹਾਰ ਕੰਠ ਲੈ ਪਹਿਰੇ, ਦਾਮੋਦਰ ਦੰਤ ਲਈ। ਕਰ ਕਰ ਕਰਤਾ ਕੰਗਨ ਪਹਿਰੇ, ਇਨ ਬਿਦ ਚਿੱਤ ਤਰੇਈ। ਫਿਰ ਇੱਕ ਸੰਸਾਰਿਕ ਸਿਗਾਰ ਅਤੇ ਪਰਮਾਤਮਾ ਦੇ ਨਾਮ ਦੇ ਪਿਆਰ ਦੀਆਂ ਦੋਨਾਂ ਇਕੱਠੀਆਂ ਕਰਕੇ ਉਦਾਹਰਨਾਂ ਦੇ ਰਹੇ ਨੇ। ਕਹਿੰਦੇ ਜੇ ਜੀਵ ਇਸਤਰੀ ਆਪਣੇ ਕੰਠ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਹਾਰ ਨੂੰ ਪਰੋਏ ਅਤੇ ਆਪਣੇ ਦੰਦਾਂ 'ਤੇ ਮਲਣ ਦੇ ਲਈ ਜਿਹੜਾ ਹੈਗਾ ਕਹਿ ਦਈਏ ਮੰਜਣ ਬਣਾਏ, ਉਹ ਪਰਮਾਤਮਾ ਦੇ ਨਾਮ ਦਾ ਬਣਾਏ।
ਫਿਰ ਕਹਿੰਦੇ ਪਰਮਾਤਮਾ ਦੇ ਨਾਮ ਦੇ ਕੰਗਣ ਬਣਾ ਕੇ ਹੱਥਾਂ 'ਚ ਪਾਏ, ਵੀ ਮਤਲਬ ਹਰ ਵਕਤ ਉਸ ਨੂੰ ਚੇਤੇ 'ਚ ਰੱਖੇ। ਇਸ ਤਰ੍ਹਾਂ ਕਹਿੰਦੇ ਆਪਣੇ ਮਨ ਦੇ ਵਿੱਚ ਪਰਮਾਤਮਾ ਨੂੰ ਵਸਾਏ। ਫਿਰ ਕਹਿੰਦੇ ਮਧੂਸੂਦਨ ਕਰ ਮੁੰਦਰੀ ਪਹਿਰੇ, ਪਰਮੇਸ਼ਰ ਪਟ ਲਈ, ਧੀਰਜ ਤੜੀ ਬੰਦਾਵੈ ਕਾਮਣ, ਸ੍ਰੀ ਰੰਗ ਸੁਰਮਾ ਦੇਈ। ਫਿਰ ਕਹਿੰਦੇ ਪਰਮਾਤਮਾ ਦੇ ਨਾਮ ਦੀ ਮੁੰਦਰੀ ਬਣਾ ਕੇ ਪਹਿਨੇ, ਤੇ ਫਿਰ ਪਰਮਾਤਮਾ ਦੇ ਨਾਮ ਦਾ ਹੀ ਕਹਿੰਦੇ ਰੇਸ਼ਮ ਪਾਏ। ਫਿਰ ਕਹਿੰਦੇ ਪਰਮਾਤਮਾ ਦੇ ਨਾਮ ਦੇ ਨਾਲ ਉਹਦੇ ਵਿੱਚ ਆਊਗਾ ਧੀਰਜ। ਫਿਰ ਕਹਿੰਦੇ ਇਹ ਜਿਹੜਾ ਧੀਰਜ ਹੈ ਇਹਦੀਆਂ ਆਪਣੀਆਂ ਪੱਟੀਆਂ ਸਿੰਗਾਰੇ ਸਿਰ ਦੀਆਂ। ਫਿਰ ਕਹਿੰਦੇ ਵੀ ਪਰਮਾਤਮਾ ਜੋ ਕਿ ਕਹਿੰਦੇ ਲక్ష్ਮੀ ਦਾ ਪਤੀ ਆ, ਕਹਿੰਦੇ ਉਹਦੇ ਨਾਮ ਦਾ ਸੁਰਮਾ ਕਹਿੰਦੇ ਅੱਖਾਂ 'ਚ ਪਾਏ ਜੀਵ ਇਸਤਰੀ। ਮਨ ਮੰਦਰ ਜੇ ਦੀਪਕ ਜਾਲੇ, ਕਾਇਆ ਸੇਜ ਕਰੇਈ, ਗਿਆਨ ਰਾਉ ਜਬ ਸੇਜੈ ਆਵੈ, ਤਾਂ ਨਾਨਕ ਭੋਗ ਕਰੇਈ। ਇਸ ਤਰ੍ਹਾਂ ਕਹਿੰਦੇ ਆਪਣੇ ਮਨ ਰੂਪੀ ਮੰਦਰ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਨਾਲ ਗਿਆਨ ਰੂਪੀ ਦੀਵਾ ਜਾਲ ਕੇ ਆਪਣੀ ਹਿਰਦੇ ਦੀ ਸੇਜ 'ਤੇ ਬੈਠੇ। ਕਹਿੰਦੇ ਇਹ ਸਾਰੇ ਸ਼ਿੰਗਾਰ ਕਰਕੇ ਉਹਦਾ ਨਾਮ ਜਪ ਕੇ ਆਪਣੇ ਮਨ ਨੂੰ ਸ਼ੁੱਧ ਕਰਕੇ ਮੋਤੀ ਬਣਾ ਕੇ ਆਪਣੇ ਮਨ ਦੇ ਵਿੱਚ ਧੀਰਜ ਪੈਦਾ ਕਰਕੇ ਦੂਜਿਆਂ ਦੀ ਵਧੀਕੀ ਨੂੰ ਸਹਾਰ ਰਹੇ, ਅਤੇ ਉਹਨਾਂ ਨੂੰ ਜਿੱਦਾਂ ਕਹਿੰਦੇ ਵੀ ਵਧੀਕੀ ਸਹਾਰ ਕੇ ਵੀ ਉਹਨਾਂ ਨੂੰ ਮਾੜਾ ਨਾ ਕਹੇ, ਸਭ ਨੂੰ ਚੰਗਾ ਸਮਝੇ, ਸਭ ਦੇ ਵਿੱਚ ਉਸ ਪਰਮਾਤਮਾ ਨੂੰ ਦੇਖੇ। ਆਪਣੇ ਮਨ ਦੇ ਜਿਹੜਾ ਹੈਗਾ ਅੰਦਰ ਪਰਮਾਤਮਾ ਦੇ ਗਿਆਨ ਦਾ ਦੀਵਾ ਜਲਾ ਕੇ ਆਪਣੇ ਹਿਰਦੇ ਰੂਪੀ ਸੇਜ 'ਤੇ ਕਹਿੰਦੇ ਆਵੇ, ਤਾਂ ਫਿਰ ਉੱਥੇ ਪਰਮਾਤਮਾ ਉਹਦੇ ਇਹ ਚੰਗੇ ਗੁਣਾਂ ਕਰਕੇ ਉਸ ਜੀਵ ਇਸਤਰੀ ਦੇ ਨਾਲ ਮਿਲਾਪ ਕਰੇਗਾ। ਇਸ ਤਰ੍ਹਾਂ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਅਨੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਪਰਮੇਸ਼ਰ ਜੀ, ਅੱਗੇ ਤੋਂ ਸਮੱਤ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ।